Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਗੌੜੀ ਸ਼ੰਤ ਮਹਿਲਾ ਪਹਿਲਾ। ਸੁਣ ਨਾਹਾ ਪ੍ਰਭ ਜੀਓ ਏਕ ਲੜੀ ਬਨ ਮਾਹੇ। ਨਾਹਾ ਤੋਂ ਭਾਵ ਨਾਥ ਯਾਨੀ ਕਿ ਖਸਮ, ਉਸ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ ਇਸ ਸ਼ਬਦ ਦੇ ਨਾਲ। ਗੁਰੂ ਜੀ ਕਹਿੰਦੇ ਨੇ, ਸੁਣ ਨਾਹਾ ਪ੍ਰਭ ਜੀਓ, ਹੇ ਮੇਰੇ ਪ੍ਰਭੂ ਖਸਮ ਜੀ ਮੇਰੀ ਬੇਨਤੀ ਸੁਣੋ। ਏਕ ਲੜੀ ਬਨ ਮਾਹੇ, ਮੈਂ ਜੀਵ ਇਸਤਰੀ ਇਸ ਸੰਸਾਰ ਜੰਗਲ ਦੇ ਵਿੱਚ ਇਕੱਲੀ ਹਾਂ। ਕਿਉ ਧੀ ਰਹਿਗੀ ਨਾਹ ਬਿਨਾ ਪ੍ਰਭ ਬੇਪਰਵਾਹੇ। ਹੇ ਬੇਪਰਵਾਹ ਪ੍ਰਮਾਤਮਾ, ਮੈਂ ਤੂੰ ਖਸਮ ਤੋਂ ਬਿਨਾ ਕਿਵੇਂ ਧੀਰਜ ਧਰਾਂ। ਮੇਰੀ ਜਿੰਦ ਤੇਰੇ ਤੋਂ ਬਿਨਾ ਕਿੱਥੋਂ ਧੀਰਜ ਹਾਸਲ ਕਰੇ। ਧਨ ਨਾਹ ਵਾਜੋ ਰਹਿ ਨਾ ਸਾਕੈ, ਬਿਖਮ ਰੈਣ ਘਨੇਰੀਆ। ਧਨ ਤੋਂ ਭਾਵ ਜੀਵ ਇਸਤਰੀ, ਨਾਹ ਤੋਂ ਭਾਵ ਫਿਰ ਤੋਂ ਖਸਮ ਪ੍ਰਭੂ। ਗੁਰੂ ਜੀ ਕਹਿੰਦੇ ਕਿ ਜੀਵ ਇਸਤਰੀ ਪ੍ਰਭੂ ਪਤੀ ਤੋਂ ਬਿਨਾਂ ਰਹਿ ਨਹੀਂ ਸਕਦੀ। ਧਨ ਨਾਹ ਵਾਜੋ ਰਹਿ ਨਾ ਸਾਕੈ, ਬਿਖਮ ਰੈਣ ਘਨੇਰੀਆਂ। ਜਿਹੜੀਆਂ ਜੀਵ ਇਸਤਰੀਆਂ ਉਸ ਪ੍ਰਭੂ ਪਤੀ ਤੋਂ ਵਾਂਝੀਆਂ ਨੇ, ਜਿਨ੍ਹਾਂ ਦਾ ਉਹਦੇ ਨਾਲ ਮਿਲਾਪ ਨਹੀਂ ਹੋ ਸਕਿਆ, ਉਹਨਾਂ ਦੀ ਜ਼ਿੰਦਗੀ ਦੀ ਰਾਤ ਬਹੁਤ ਹੀ ਔਖੀ ਗੁਜ਼ਰਦੀ ਹੈ। ਨਹਿ ਨੀਂਦ ਆਵੈ ਪ੍ਰੇਮ ਭਾਵੈ, ਸੁਣ ਬੇਨੰਤੀ ਮੇਰੀਆ। ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਇੱਕ ਜੀਵ ਇਸਤਰੀ ਉਸ ਪ੍ਰਭੂ ਪਤੀ ਦੇ ਅੱਗੇ ਅਰਦਾਸ ਕਰਦੀ ਹੈ ਤੇ ਕਹਿੰਦੀ ਹੈ ਕਿ ਹੇ ਪ੍ਰਭੂ ਪਤੀ ਜੀ ਮੇਰੀ ਬੇਨਤੀ ਸੁਣੋ, ਸੁਣ ਬੇਨੰਤੀ ਮੇਰੀਆ। ਤੇ ਨਾਲ ਹੀ ਕਹਿੰਦੀ ਹੈ ਕਿ ਨਹਿ ਨੀਂਦ ਆਵੈ, ਕਿ ਮੈਨੂੰ ਤੇਰੀ ਯਾਦ ਦੇ ਵਿੱਚ ਨੀਂਦ ਨਹੀਂ ਆਉਂਦੀ। ਪ੍ਰੇਮ ਭਾਵ ਹੈ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, ਤੇਰਾ ਪਿਆਰ ਮੈਨੂੰ ਬੜਾ ਚੰਗਾ ਲੱਗਦਾ ਹੈ। ਬਾਝੋ ਪਿਆਰੇ ਕੋਏ ਨਾ ਸਾਰੇ, ਏਕ ਲੜੀ ਕੁਰਲਾਏ। ਉਸ ਪਿਆਰੇ ਪ੍ਰਭੂ ਪਤੀ ਤੋਂ ਬਿਨਾ ਕੋਈ ਵੀ ਮੇਰੀ ਸਾਰ ਨਹੀਂ ਲੈਂਦਾ, ਇਕੱਲੀ ਹੀ ਕੁਰਲਾਉਂਦੀ ਰਹਿੰਦੀ ਹਾਂ। ਨਾਨਕ ਸਾਧਨ ਮਿਲੈ ਮਿਲਾਈ, ਬਿਨ ਪ੍ਰੀਤਮ ਦੁੱਖ ਪਾਏ। ਸਾਧਨ ਤੋਂ ਭਾਵ ਫਿਰ ਤੋਂ ਜੀਵ ਇਸਤਰੀ ਹੈ। ਹੇ ਨਾਨਕ, ਜੀਵ ਇਸਤਰੀ ਦਾ ਉਸ ਪਰਮਾਤਮਾ ਦੇ ਨਾਲ ਮਿਲਾਪ ਤਦ ਤੱਕ ਨਹੀਂ ਹੁੰਦਾ ਜਦੋਂ ਤੱਕ ਉਹ ਪਰਮਾਤਮਾ ਖੁਦ ਉਹਨੂੰ ਆਪਣੇ ਨਾਲ ਨਹੀਂ ਮਿਲਾ ਲੈਂਦਾ ਤੇ ਪ੍ਰੀਤਮ ਤੋਂ ਬਿਨਾਂ ਉਹ ਦੁੱਖ ਸਹਾਰਦੀ ਰਹਿੰਦੀ ਹੈ। ਹੁਣ ਇਸ ਸਾਰੇ ਸ਼ਬਦ ਦੇ ਰਾਹੀਂ ਗੁਰੂ ਜੀ ਨੇ ਜੀਵ ਇਸਤਰੀ ਦੀ ਫਿਰ ਤੋਂ ਉਦਾਹਰਣ ਲਈ ਹੈ ਤੇ ਅਸਲ ਦੇ ਵਿੱਚ ਉਸ ਜੀਵ ਇਸਤਰੀ ਅਸੀਂ ਵੀ ਹਾਂ, ਤੁਸੀਂ ਵੀ ਹੋ, ਸਾਰੀ ਲੁਕਾਈ ਹੈ। ਸਾਡਾ ਸਭਨਾਂ ਦਾ ਖਸਮ, ਸਾਡਾ ਸਭਨਾਂ ਦਾ ਮਾਲਕ ਉਹ ਪਰਮਾਤਮਾ ਹੈ। ਜਦੋਂ ਉਹ ਪਰਮਾਤਮਾ ਸਾਨੂੰ ਪਿਆਰ ਕਰਦਾ ਹੈ, ਸਾਨੂੰ ਸਭਨਾਂ ਨੂੰ ਬੜਾ ਚੰਗਾ ਲੱਗਦਾ ਹੈ। ਤੇ ਜਦੋਂ ਅਸੀਂ ਉਹਦੇ ਤੋਂ ਟੁੱਟੇ ਰਹਿੰਦੇ ਹਾਂ, ਉਦੋਂ ਤੱਕ ਅਸੀਂ ਵੀ ਅਸ਼ਾਂਤ ਰਹਿੰਦੇ ਹਾਂ, ਸਾਨੂੰ ਵੀ ਨੀਂਦ ਨਹੀਂ ਆਉਂਦੀ। ਜ਼ਿੰਦਗੀ ਦੁੱਖਾਂ ਭਰੀ ਲੱਗਦੀ ਹੈ। ਜਦੋਂ ਹੀ ਅਸੀਂ ਉਸ ਪਰਮਾਤਮਾ ਦੇ ਨਾਲ ਸਾਂਝ ਪਾ ਲਈਏ, ਉਹਦੀ ਰਜ਼ਾ ਨੂੰ ਸਮਝ ਲਈਏ, ਤਾਂ ਜ਼ਿੰਦਗੀ ਬੜੀ ਸੋਹਣੀ ਸੋਹਣੀ ਲੱਗਣ ਲੱਗਦੀ ਹੈ। ਪਿਰ ਛੋੜੇ ਅੜੀ ਜੀਓ ਕਵਣ ਮਿਲਾਵੈ। ਗੁਰੂ ਜੀ ਕਹਿੰਦੇ ਕਿ ਜਿਸ ਜੀਵ ਇਸਤਰੀ ਨੂੰ ਉਹਦੇ ਪਤੀ ਨੇ ਛੱਡ ਦਿੱਤਾ, ਉਹਨੂੰ ਉਸ ਪਤੀ ਦੇ ਨਾਲ ਕੌਣ ਮਿਲਾ ਸਕਦਾ ਹੈ। ਇਸ ਪੰਕਤੀ ਦੇ ਵਿੱਚੋਂ ਸਮਝਣ ਵਾਲੀ ਗੱਲ ਇਹ ਹੈ ਕਿ ਜਦ ਤੱਕ ਉਹ ਪਰਮਾਤਮਾ ਸਾਡੇ ਤੇ ਖੁਦ ਮਿਹਰ ਨਹੀਂ ਕਰਦਾ, ਤਦ ਤੱਕ ਅਸੀਂ ਉਹਦੇ ਨਾਲ ਮਿਲਾਪ ਹਾਸਿਲ ਨਹੀਂ ਕਰ ਸਕਦੇ। ਜਦੋਂ ਤੱਕ ਉਸ ਪਰਮਾਤਮਾ ਨੇ ਸਾਨੂੰ ਛੱਡਿਆ ਹੋਇਆ ਹੈ, ਸਾਡੇ ਤੇ ਮਿਹਰ ਨਹੀਂ ਕੀਤੀ ਹੋਈ ਹੈ, ਹੋਰ ਕੋਈ ਵੀ ਇਨਸਾਨ, ਹੋਰ ਕੋਈ ਵੀ ਧਾਰਮਿਕ ਕਾਰਜ, ਕੋਈ ਵੀ ਕਰਮ ਕਾਂਡ ਸਾਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਨਹੀਂ ਸਕਦਾ। ਇਹ ਮਿਲਾਪ ਤਦੋਂ ਹੀ ਸੰਭਵ ਹੈ ਜਦੋਂ ਉਹ ਪਰਮਾਤਮਾ ਸਾਨੂੰ ਖੁਦ ਪਿਆਰ ਕਰਕੇ ਸਾਡੇ ਤੇ ਖੁਦ ਮਿਹਰ ਕਰੇ, ਨਹੀਂ ਤਾਂ
ਪਿਰ ਛੋੜਿਅੜੀ ਜਿਉ ਕਵਣ ਮਿਲਾਵੈ। ਰਸ ਪ੍ਰੇਮ ਮਿਲੀ ਜਿਉ ਸ਼ਬਦ ਸੁਹਾਵੈ। ਜਿਸ ਜੀਵ ਇਸਤਰੀ ਨੇ ਗੁਰੂ ਦੇ ਸ਼ਬਦਾਂ ਦੇ ਵਿੱਚ ਆਪਣਾ ਚਿੱਤ ਜੋੜ ਲਿਆ, ਉਹਦਾ ਉਸ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਪ੍ਰੇਮ ਪੈ ਜਾਂਦਾ ਹੈ ਤੇ ਇਸ ਤਰ੍ਹਾਂ ਕਰਕੇ ਉਹ ਆਪਣੇ ਅੰਤਰ ਆਤਮੇ ਦੇ ਵਿੱਚ ਸੁੰਦਰ ਹੋ ਜਾਂਦੀ ਹੈ, ਉਹਦਾ ਅੰਤਰ ਆਤਮਾ ਸੁਹਾਵਣਾ ਹੋ ਜਾਂਦਾ ਹੈ। ਸ਼ਬਦ ਸੁਹਾਵੈ ਤਾਂ ਪਤ ਪਾਵੈ, ਦੀਪਕ ਦੇਹ ਉਜਾਰੈ। ਗੁਰੂ ਦੇ ਸ਼ਬਦਾਂ ਦੇ ਰਾਹੀਂ ਜਿਸ ਜੀਵ ਇਸਤਰੀ ਨੇ ਆਪਣੇ ਅੰਤਰ ਆਤਮੇ ਨੂੰ ਸੋਹਣਾ ਬਣਾ ਲਿਆ, ਉਹ ਲੋਕ ਪਰਲੋਕ ਦੇ ਵਿੱਚ ਇੱਜ਼ਤ ਹਾਸਲ ਕਰਦੀ ਹੈ। ਸ਼ਬਦ ਸੁਹਾਵੈ ਤਾਂ ਪਤ ਪਾਵੈ, ਉਹਦੇ ਅੰਦਰ ਗਿਆਨ ਦਾ ਦੀਵਾ ਬਲ ਪੈਂਦਾ ਹੈ। ਦੀਪਕ ਦੇਹ ਉਜਾਰੈ। ਸੁਣ ਸਖੀ ਸਹੇਲੀ ਸਾਚ ਸੁਹੇਲੀ, ਸਾਚੇ ਕੇ ਗੁਣ ਸਾਰੈ। ਸਾਚ ਸੁਹੇਲੀ ਤੋਂ ਭਾਵ ਉਹ ਜੀਵ ਇਸਤਰੀ ਜਿਨੇ ਆਪਣੇ ਆਪ ਨੂੰ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਜੋੜ ਕੇ ਆਪਣੇ ਅੰਤਰ ਆਤਮੇ ਨੂੰ ਸੋਹਣਾ ਬਣਾ ਲਿਆ। ਇਸ ਪੰਕਤੀ ਦੇ ਰਾਹੀਂ ਗੁਰੂ ਜੀ ਕਹਿੰਦੇ ਨੇ, ਸੁਣ ਸਖੀ ਸਹੇਲੀ, ਕਿ ਹੇ ਮੇਰੀਏ ਸਖੀਏ ਸਹੇਲੀਏ, ਇਹ ਗੱਲ ਸੁਣ। ਸਾਚ ਸੁਹੇਲੀ ਜੋ ਇਸਤਰੀ ਹੈ, ਉਹ ਸਾਚੇ ਕੇ ਗੁਣ ਸਾਰੈ। ਉਸ ਸੱਚੇ ਪ੍ਰਮਾਤਮਾ ਦੇ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਗੁਣਾਂ ਨੂੰ ਜਾਣਦੀ ਹੈ ਤੇ ਉਹਨਾਂ ਨੂੰ ਸਦਾ ਯਾਦ ਰੱਖਦੀ ਹੈ। ਸਤਿਗੁਰ ਮੇਲੀ ਤਾ ਪਿਰ ਰਾਵੀ, ਬਿਗਸੀ ਅੰਮ੍ਰਿਤ ਬਾਣੀ। ਰਾਵੀ ਤੋਂ ਭਾਵ ਮਿਲਾ ਲਈ। ਗੁਰੂ ਜੀ ਕਹਿੰਦੇ ਸਤਿਗੁਰ ਮੇਲੀ, ਜਿਸ ਜੀਵ ਇਸਤਰੀ ਨੂੰ ਸਤਿਗੁਰੂ ਨੇ ਉਸ ਪ੍ਰਮਾਤਮਾ ਦੇ ਨਾਲ ਮੇਲਿਆ, ਤਾ ਪਿਰ ਰਾਵੀ, ਉਹਨੂੰ ਉਸ ਪਰਮਾਤਮਾ ਨੇ, ਪਤੀ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ। ਸਤਿਗੁਰ ਨੇ ਉਸ ਇਸਤਰੀ ਦੇ ਉੱਤੇ ਕਿਰਪਾ ਕੀਤੀ, ਉਹਨੂੰ ਆਪਦੇ ਸ਼ਬਦਾਂ ਦੇ ਨਾਲ ਜੋੜਿਆ, ਉਹਨੂੰ ਸਿੱਖਿਆ ਦਿੱਤੀ ਤੇ ਜਦੋਂ ਉਹਨੇ ਸਿੱਖਿਆ ਹਾਸਲ ਕਰ ਲਈ ਤਾਂ ਪਤੀ ਪ੍ਰਭੂ ਨੇ ਉਹਨੂੰ ਆਪਣੇ ਨਾਲ ਮਿਲਾ ਲਿਆ, ਆਪਣੇ ਚਰਨਾਂ ਦੇ ਵਿੱਚ ਜੋੜ ਲਿਆ। ਪ੍ਰਕਿਰਿਆ ਹੈ ਸਾਰੀ ਦੀ ਸਾਰੀ। ਸਤਿਗੁਰੂ ਦੇ ਲੜ ਲੱਗਦੇ ਹਾਂ ਤਾਂ ਸਿੱਖਿਆ ਮਿਲਦੀ ਹੈ। ਸਿੱਖਿਆ ਮਿਲਦੀ ਹੈ ਤਾਂ ਹਿਰਦੇ ਦੇ ਅੰਦਰ ਗਿਆਨ ਦਾ ਦੀਪਕ ਬਲ ਪੈਂਦਾ ਹੈ। ਸਾਨੂੰ ਉਸ ਪਰਮਾਤਮਾ ਦੀ ਸਮਝ ਪੈ ਜਾਂਦੀ ਹੈ। ਉਹਨੂੰ ਮਹਿਸੂਸ ਕਿਵੇਂ ਕਰਨਾ ਹੈ ਇਹ ਪਤਾ ਚੱਲ ਜਾਂਦਾ ਹੈ। ਜਦੋਂ ਅਸੀਂ ਉਹਨੂੰ ਮਹਿਸੂਸ ਕਰਨ ਲੱਗ ਗਏ ਤਾਂ ਮਿਲਾਪ ਵੀ ਹੋ ਜਾਂਦਾ ਹੈ। ਫਿਰ ਬਿਗਸੀ ਅੰਮ੍ਰਿਤ ਬਾਣੀ, ਫਿਰ ਉਸ ਪਰਮਾਤਮਾ ਦੀ ਅੰਮ੍ਰਿਤ ਰੂਪ ਬਾਣੀ ਦੇ ਵਿੱਚ ਅਸੀਂ ਜੁੜੇ ਰਹਿੰਦੇ ਹਾਂ ਤੇ ਖੁਸ਼ ਰਹਿੰਦੇ ਹਾਂ, ਬਿਗਸੇ ਰਹਿੰਦੇ ਹਾਂ, ਪ੍ਰਸੰਨ ਰਹਿੰਦੇ ਹਾਂ। ਨਾਨਕ ਸਾਧਨ ਤਾ ਪਿਰ ਰਾਵੇ, ਜਾ ਤਿਸ ਕੈ ਮਨ ਭਾਣੀ। ਹੇ ਨਾਨਕ, ਜੀਵ ਇਸਤਰੀ ਤਦੋਂ ਹੀ ਪ੍ਰਭੂ ਪਤੀ ਨੂੰ ਮਿਲਦੀ ਹੈ। ਸਾਧਨ ਤਾਂ ਪਿਰ ਰਾਵੈ, ਜਾ ਤਿਸ ਕੈ ਮਨ ਭਾਣੀ, ਜੇ ਉਹ ਉਸ ਪਰਮਾਤਮਾ ਨੂੰ ਚੰਗੀ ਲੱਗੇ। ਪਰਮਾਤਮਾ ਦੇ ਮਨ ਦੇ ਵਿੱਚ ਜੇਕਰ ਉਹ ਜੀਵ ਇਸਤਰੀ ਉਹਨੂੰ ਪਰਮਾਤਮਾ ਨੂੰ ਚੰਗੀ ਲੱਗੇ ਤਾਂ ਹੀ ਉਹਦਾ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ, ਤਾਂ ਹੀ ਪਰਮਾਤਮਾ ਉਹਦੇ ਲਈ ਗੁਰੂ ਤੱਕ ਪਹੁੰਚਣ ਦੇ ਰਸਤੇ ਖੋਲ੍ਹਦਾ ਹੈ। ਉਹਦੇ ਅੰਦਰ ਇੱਕ ਤਾਂਘ ਪੈਦਾ ਕਰਦਾ ਹੈ ਕਿ ਉਹ ਜਾ ਕੇ ਗੁਰੂ ਨੂੰ ਮਿਲੇ। ਜਦੋਂ ਗੁਰੂ ਨੂੰ ਮਿਲ ਪਏ ਤਾਂ ਉਦੋਂ ਬਾਅਦ ਦੀ ਪ੍ਰਕਿਰਿਆ ਆਪਣੇ ਆਪ ਹੀ ਸ਼ੁਰੂ ਹੋ ਜਾਂਦੀ ਹੈ ਤੇ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ। ਮਾਇਆ ਮੋਹਣੀ ਨੀਘਰੀਆ, ਜਿਉ ਕੂੜ ਮੁੱਠੀ ਕੁੜਿਆਰੇ। ਮੋਹ ਲੈਣ ਵਾਲੀ ਮਾਇਆ ਨੇ ਇਸ ਜੀਵ ਇਸਤਰੀ ਨੂੰ ਬੇਘਰ ਕਰ ਦਿੱਤਾ ਹੈ। ਇਸ ਮੋਹ ਦੇ ਵਿੱਚ ਠੱਗੀ ਹੋਈ, ਕੂੜ ਮੁੱਠੀ ਤੋਂ ਭਾਵ ਮੋਹ ਦੇ ਵਿੱਚ ਠੱਗੀ ਹੋਈ, ਕੁੜਿਆਰੇ ਭਾਵ ਕਿ ਮੋਹ ਦੇ ਵਿੱਚ ਹੀ ਲੱਗੀ ਰਹਿੰਦੀ ਹੈ, ਨਾਸਵੰਤ ਪਦਾਰਥਾਂ ਦੇ ਵਣਜ ਦੇ ਵਿੱਚ ਹੀ ਲੱਗੀ ਰਹਿੰਦੀ ਹੈ। ਕਿਉ ਖੂਲੈ ਗਲ ਜੇਵੜੀਆ, ਜਿਉ ਬਿਨ ਗੁਰ ਅਤ ਪਿਆਰੇ। ਇਹਦੇ ਗਲ ਦੇ ਵਿੱਚ ਇਹ ਜੋ ਮੋਹ ਦੀ ਫਾਹੀ ਪੈ ਗਈ ਹੈ, ਗੁਰੂ ਜੀ ਕਹਿੰਦੇ ਅਤੀ ਪਿਆਰੇ ਗੁਰੂ ਤੋਂ ਬਿਨਾਂ ਇਹ ਕਿਵੇਂ ਖੁੱਲ੍ਹ ਸਕਦੀ ਹੈ। ਭਾਵ ਕਿ ਸਿਰਫ ਇੱਕ ਗੁਰੂ ਹੀ ਹੈ ਜੋ ਇਹਦੇ ਗਲ ਦੇ ਵਿੱਚੋਂ ਇਹ ਮੋਹ ਦੀ ਫਾਹੀ ਨੂੰ ਖੋਲ੍ਹ ਸਕਦਾ ਹੈ, ਉਹ ਤੋਂ ਬਿਨਾਂ ਹੋਰ ਕੋਈ ਨਹੀਂ ਖੋਲ੍ਹ ਸਕਦਾ।
ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸ ਹੀ ਕਾ ਸੋ ਹੋਵੈ। ਜਿਹੜਾ ਮਨੁੱਖ ਉਸ ਪਿਆਰੇ ਪ੍ਰਮਾਤਮਾ ਦੇ ਨਾਲ ਪ੍ਰੀਤ ਜੋੜ ਲੈਂਦਾ ਹੈ, ਉਹਦੇ ਸ਼ਬਦਾਂ ਦੀ, ਉਹਦੇ ਗੁਣਾਂ ਦੀ ਵਿਚਾਰ ਕਰਦਾ ਹੈ, ਉਹ ਉਸੇ ਦਾ ਹੀ ਸੇਵਕ ਹੋ ਕੇ ਰਹਿ ਜਾਂਦਾ ਹੈ। ਜਿਹਨੇ ਪ੍ਰਮਾਤਮਾ ਦੇ ਵੱਲ ਕਦੇ ਧਿਆਨ ਨਹੀਂ ਦਿੱਤਾ, ਉਹ ਇਸ ਗੱਲ ਵੱਲੋਂ ਬੇਖਬਰ ਰਹਿੰਦਾ ਹੈ, ਉਹਦੀ ਪ੍ਰਮਾਤਮਾ ਦੇ ਨਾਲ ਪ੍ਰੀਤ ਨਹੀਂ ਜੁੜਦੀ। ਪਰ ਜਿਹੜਾ ਮਨੁੱਖ ਇਸ ਪਾਸੇ ਵੱਲ ਨੂੰ ਧਿਆਨ ਦੇਣ ਲੱਗ ਜਾਂਦਾ ਹੈ, ਉਹ ਪ੍ਰਮਾਤਮਾ ਦਾ ਹੀ ਹੋ ਕੇ ਰਹਿ ਜਾਂਦਾ ਹੈ। ਜਦ ਤੱਕ ਤੁਸੀਂ ਇਸ ਰਸਤੇ ਤੋਂ ਬੇਖਬਰ ਹੋ ਤਾਂ ਤੁਸੀਂ ਬੇਖਬਰ ਹੋ। ਜਦੋਂ ਤੁਸੀਂ ਇਸ ਰਸਤੇ ਤੇ ਚੱਲਣਾ ਸ਼ੁਰੂ ਕਰ ਲਿਆ ਤਾਂ ਤੁਹਾਡੇ ਮਨ ਨੂੰ ਸ਼ਾਂਤੀ ਹੀ ਇੰਨੀ ਮਿਲਦੀ ਹੈ ਕਿ ਤੁਸੀਂ ਇਸ ਰਸਤੇ ਨੂੰ ਕਦੇ ਛੱਡਣਾ ਨਹੀਂ ਚਾਹੁੰਦੇ। ਪਰਮਾਤਮਾ ਦੇ ਰਸਤੇ ਤੇ ਚੱਲਦਿਆਂ ਉਹਦੇ ਨਾਮ ਦਾ, ਉਹਦੇ ਪਿਆਰ ਦਾ ਅਜਿਹਾ ਸਵਾਦ ਮਨੁੱਖ ਨੂੰ ਮਿਲਦਾ ਹੈ ਕਿ ਉਸ ਤੋਂ ਬਾਅਦ ਉਹ ਹੋਰ ਕਿਸੇ ਰਸਤੇ ਤੇ ਚੱਲੇ ਤਾਂ ਉਹਨੂੰ ਜ਼ਿੰਦਗੀ ਬੜੀ ਫਿੱਕੀ ਫਿੱਕੀ ਲੱਗਦੀ ਹੈ। ਇਸੇ ਗੱਲ ਨੂੰ ਹੀ ਇਹ ਪੰਕਤੀ ਦਰਸਾਉਂਦੀ ਹੈ ਕਿ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸ ਹੀ ਕਾ ਸੋ ਹੋਵੈ। ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲ ਧੋਵੈ। ਗੁਰੂ ਜੀ ਕਹਿੰਦੇ ਦੂਜੇ ਪਾਸੇ ਅਜਿਹੇ ਮਨੁੱਖ ਵੀ ਨੇ ਜਿਹੜੇ ਬਹੁਤ ਪ੍ਰਕਾਰ ਦੇ ਪੁੰਨ ਦਾਨ ਕਰਦੇ ਨੇ, ਤੀਰਥ ਇਸ਼ਨਾਨਾਂ ਤੇ ਜਾ ਜਾ ਕੇ ਨਹਾਉਂਦੇ ਨੇ, ਤੀਰਥ ਸਥਾਨਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ। ਕਹਿੰਦੇ ਕਿਉ ਅੰਤਰ ਮਲ ਧੋਵੈ। ਅਜਿਹਾ ਸਭ ਕੁਝ ਕਰਕੇ ਉਹ ਆਪਣੇ ਅੰਦਰ ਜੋ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ ਉਹਨੂੰ ਕਿਵੇਂ ਧੋ ਸਕਦੇ ਨੇ। ਨਾਮ ਬਿਨਾ ਗਤ ਕੋਇ ਨਾ ਪਾਵੈ, ਹਠ ਨਿਗਰਹਿ ਬੇਬਾਣੈ। ਨਿਗਰਹਿ ਤੋਂ ਭਾਵ ਉਹ ਲੋਕ ਜਿਹੜੇ ਆਪਣੀਆਂ ਗਿਆਨ ਇੰਦਰੀਆਂ ਨੂੰ ਵਸ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਨੇ। ਬੇਬਾਣੈ ਤੋਂ ਭਾਵ ਜੰਗਲ ਦੇ ਵਿੱਚ ਜਾ ਕੇ। ਤਾਂ ਗੁਰੂ ਜੀ ਕਹਿੰਦੇ ਕਿ ਆਪਣੇ ਹਠ ਕਰਕੇ, ਜ਼ਿੱਦ ਕਰਕੇ, ਇੰਦਰੀਆਂ ਨੂੰ ਰੋਕਣ ਦਾ ਯਤਨ ਕਰਕੇ ਜੰਗਲਾਂ ਦੇ ਵਿੱਚ ਜਾ ਬੈਠਣ ਵਾਲੇ ਕੋਈ ਮਨੁੱਖ ਉੱਚੀ ਆਤਮਿਕ ਅਵਸਥਾ ਹਾਸਲ ਨਹੀਂ ਕਰ ਸਕਦੇ। ਨਾਮ ਬਿਨਾ ਗਤ ਕੋਈ ਨਾ ਪਾਵੈ। ਇਹ ਜੋ ਉੱਚੀ ਆਤਮਿਕ ਅਵਸਥਾ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਵੀ ਹੋਰ ਤਰੀਕੇ ਦੇ ਨਾਲ ਹਾਸਲ ਨਹੀਂ ਕੀਤੀ ਜਾ ਸਕਦੀ। ਤੇ ਜਿਹੜੇ ਇਹ ਮਨੁੱਖ ਆਪਣੇ ਆਪ ਨੂੰ ਵਸ ਦੇ ਵਿੱਚ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ, ਇਹ ਉਸ ਉੱਚੀ ਆਤਮਿਕ ਅਵਸਥਾ ਨੂੰ ਹਾਸਲ ਨਹੀਂ ਕਰ ਸਕਦੇ। ਨਾਨਕ ਸੱਚ ਘਰ ਸ਼ਬਦ ਸੰਜਾਪੈ, ਦੁਬਿਧਾ ਮਹਿਲ ਕੇ ਜਾਣੈ। ਹੇ ਨਾਨਕ, ਉਸ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਮਹਿਲ, ਉਹਦਾ ਘਰ ਗੁਰੂ ਦੇ ਸ਼ਬਦਾਂ ਦੇ ਰਾਹੀਂ ਹੀ ਪਛਾਣਿਆ ਜਾ ਸਕਦਾ ਹੈ। ਨਾਨਕ ਸੱਚ ਘਰ ਸ਼ਬਦ ਸੰਜਾਪੈ, ਦੁਬਿਧਾ ਮਹਿਲ ਕੇ ਜਾਣੈ। ਦੁਬਿਧਾ ਤੋਂ ਭਾਵ ਜਿਹੜਾ ਮਨੁੱਖ ਪ੍ਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੇ ਆਸਰੇ ਦੀ ਝਾਕ ਕਰਦਾ ਹੈ, ਕਹਿੰਦੇ ਉਹ ਉਸ ਪ੍ਰਮਾਤਮਾ ਦੇ ਦਰਬਾਰ ਨੂੰ ਕੀ ਜਾਣਦਾ ਹੈ। ਤੇਰਾ ਨਾਮ ਸੱਚਾ ਜੀਓ, ਸ਼ਬਦ ਸੱਚਾ ਵਿਚਾਰੋ। हे ਪ੍ਰਮਾਤਮਾ, ਤੇਰਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ। ਤੇਰੀ ਸਿਫਤ ਸਲਾਹ ਦੀ ਬਾਣੀ ਵੀ ਅਟੱਲ ਹੈ ਤੇ ਤੇਰੇ ਗੁਣਾਂ ਦੀ ਵਿਚਾਰ ਵੀ ਸੱਚੀ ਹੈ, ਭਾਵ ਕਿ ਸਦਾ ਥਿਰ ਰਹਿਣ ਵਾਲੀ ਹੈ। ਤੇਰਾ ਮਹਿਲ ਸੱਚਾ ਜੀਓ, ਨਾਮ ਸੱਚਾ ਵਪਾਰੋ। ਤੇਰਾ ਦਰਬਾਰ ਵੀ ਸੱਚਾ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਤੇਰੇ ਨਾਮ ਦਾ ਵਪਾਰ ਵੀ ਸਦਾ ਕਾਇਮ ਰਹਿਣ ਵਾਲਾ ਹੈ। ਉਹ ਅਜਿਹਾ ਵਪਾਰ ਹੈ ਜਿਹੜਾ ਸਦਾ ਮਨੁੱਖ ਦਾ ਸਾਥ ਨਿਭਾਉਂਦਾ ਹੈ। ਨਾਮ ਕਾ ਵਪਾਰ ਮੀਠਾ, ਭਗਤ ਲਾਹਾ ਅਨ ਦਿਨੋ। ਪ੍ਰਮਾਤਮਾ ਦੇ ਨਾਮ ਦਾ ਵਪਾਰ ਬੜਾ ਹੀ ਸਵਾਦਲਾ ਹੈ, ਬੜਾ ਹੀ ਮਿੱਠਾ ਹੈ। ਤੇ ਉਸ ਪ੍ਰਮਾਤਮਾ ਦੇ ਜਿਹੜੇ ਭਗਤ ਨੇ, ਇਸ ਨਾਮ ਦਾ ਵਪਾਰ ਜੋ ਹਰ ਰੋਜ਼ ਕਰਦੇ ਨੇ, ਉਹ ਹਰ ਰੋਜ਼ ਪਹਿਲੇ ਨਾਲੋਂ ਜ਼ਿਆਦਾ ਨਫਾ ਕਮਾਉਂਦੇ ਨੇ। ਇਹ ਨਫਾ ਸਰੀਰਕ ਅਰਥਾਂ ਦੇ ਵਿੱਚ ਮਾਇਕ ਨਫਾ ਨਹੀਂ ਹੈ, ਇਹ ਮਾਨਸਿਕ ਅਰਥਾਂ ਦੇ ਵਿੱਚ ਆਤਮਿਕ ਸ਼ਾਂਤੀ ਵਾਲਾ ਨਫਾ ਹੈ। ਪਰਮਾਤਮਾ ਦੇ ਜੋ ਭਗਤ ਨੇ ਉਹਦੀ ਯਾਦ ਦੇ ਵਿੱਚ ਲੱਗੇ ਹੋਏ ਨੇ, ਉਹਦੇ ਨਾਮ ਦਾ ਵਪਾਰ ਕਰਦੇ ਨੇ, ਉਹ ਹਰ ਰੋਜ਼ ਪਹਿਲਾਂ ਨਾਲੋਂ ਜ਼ਿਆਦਾ ਖੁਸ਼ੀ, ਪਹਿਲਾਂ ਨਾਲੋਂ ਜ਼ਿਆਦਾ ਸ਼ਾਂਤੀ ਉਸ ਪਰਮਾਤਮਾ ਦੇ ਨਾਮ ਦੇ ਵਿੱਚੋਂ ਹਾਸਿਲ ਕਰਦੇ ਨੇ। ਤਿਸ ਬਾਝ ਵਖਰ ਕੋਈ ਨਾ ਸੁੱਝੈ, ਨਾਮ ਲੇਵੋ ਖਿਨ ਖਿਨੋ। ਕਹਿੰਦੇ ਪ੍ਰਮਾਤਮਾ ਦੇ ਭਗਤਾਂ ਨੂੰ ਉਹਦੇ ਨਾਮ ਦੇ ਵਪਾਰ ਤੋਂ ਬਿਨਾ ਹੋਰ ਕੋਈ ਐਸਾ ਵਪਾਰ ਨਹੀਂ ਸੁੱਝਦਾ ਜਿਹੜਾ ਉਹਨਾਂ ਨੂੰ ਹਰ ਰੋਜ਼ ਪਹਿਲੇ ਨਾਲੋਂ ਜ਼ਿਆਦਾ ਨਫਾ ਦੇ ਸਕੇ। ਇਸ ਲਈ ਹਰ ਪਲ, ਹਰ ਘੜੀ
ਉਸ ਪ੍ਰਮਾਤਮਾ ਦਾ ਨਾਮ ਲਵੋ। ਪਰਖ ਲੇਖਾ ਨਦਰ ਸਾਚੀ, ਕਰਮ ਪੂਰਾ ਪਾਇਆ। ਜਿਸ ਮਨੁੱਖ ਨੇ ਪ੍ਰਮਾਤਮਾ ਦੇ ਨਾਮ ਦੇ ਵਪਾਰ ਦੀ ਅਤੇ ਉਸ ਦੇ ਲੇਖੇ ਦੀ ਪਰਖ ਕਰ ਲਈ, ਜਿਹੜਾ ਜੋ ਆਪਾਂ ਪਿਛਲੀਆਂ 2 ਪੰਕਤੀਆਂ ਦੇ ਵਿੱਚ ਗੱਲ ਕੀਤੀ ਹੈ, ਇਸ ਗੱਲ ਨੂੰ ਸਮਝ ਗਿਆ, ਉਹਦੇ ਤੇ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਤੇ ਪ੍ਰਮਾਤਮਾ ਦੀ ਮਿਹਰ ਦੇ ਨਾਲ ਉਹ ਇਸ ਨਾਮ ਵਪਾਰ ਨੂੰ ਹਾਸਲ ਕਰ ਲੈਂਦਾ ਹੈ। ਨਾਨਕ ਨਾਮ ਮਹਾਰਸ ਮੀਠਾ, ਗੁਰ ਪੂਰਾ ਸੱਚ ਪਾਇਆ। ਹੇ ਨਾਨਕ, ਪ੍ਰਮਾਤਮਾ ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ, ਬੜਾ ਹੀ ਮਿੱਠਾ ਤੇ ਸਵਾਦਲਾ ਪਦਾਰਥ ਹੈ, ਪਰ ਇਹ ਪਦਾਰਥ ਗੁਰੂ ਦੇ ਰਾਹੀਂ ਹੀ ਹਾਸਲ ਕੀਤਾ ਜਾ ਸਕਦਾ ਹੈ। ਰਾਗ ਗੌੜੀ ਪੂਰਬੀ, ਸ਼ੰਤ ਮਹਿਲਾ ਤੀਜਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਸਾਧਨ ਬਿਨੋ ਕਰੇ ਜੀਓ, ਹਰ ਕੇ ਗੁਣ ਸਾਰੇ। ਜੀਵ ਇਸਤਰੀ ਉਸ ਪ੍ਰਮਾਤਮਾ ਪਤੀ ਦੇ ਅੱਗੇ ਅਰਦਾਸ ਕਰਦੀ ਹੈ, ਬੇਨਤੀ ਕਰਦੀ ਹੈ ਤੇ ਨਾਲ ਦੀ ਨਾਲ ਉਹਦੇ ਗੁਣਾਂ ਨੂੰ ਆਪਣੇ ਹਿਰਦੇ ਦੇ ਵਿੱਚ ਸਾਂਭ ਕੇ ਵੀ ਰੱਖਦੀ ਹੈ। ਖਿਨ ਪਲ ਰਹਿ ਨਾ ਸਕੈ, ਜੀਓ ਬਿਨ ਹਰ ਪਿਆਰੇ। ਉਹ ਇੱਕ ਪਲ, ਇੱਕ ਘੜੀ ਵੀ ਉਸ ਪਿਆਰੇ ਪ੍ਰਭੂ ਪਤੀ ਤੋਂ ਬਿਨਾਂ ਰਹਿ ਨਹੀਂ ਪਾਉਂਦੀ। ਇੱਕ ਪਲ ਦਾ ਵਿਛੋੜਾ ਵੀ ਉਹਦੇ ਲਈ ਬੜਾ ਅਸ਼ਾਂਤਮਈ ਹੁੰਦਾ ਹੈ। ਬਿਨ ਹਰ ਪਿਆਰੇ ਰਹਿ ਨਾ ਸਾਕੈ, ਗੁਰ ਬਿਨ ਮਹਿਲ ਨਾ ਪਾਈਐ। ਉਹ ਜੀਵ ਇਸਤਰੀ ਆਪਣੇ ਪਿਆਰੇ ਪਤੀ ਪ੍ਰਭੂ ਤੋਂ ਬਿਨਾਂ ਰਹਿ ਨਹੀਂ ਪਾਉਂਦੀ ਤੇ ਨਾਲ ਦੀ ਨਾਲ ਗੁਰੂ ਜੀ ਇਹ ਵੀ ਸਮਝਾਉਣਾ ਕਰਦੇ ਨੇ ਕਿ ਉਸ ਪ੍ਰਮਾਤਮਾ ਦਾ ਜੋ ਟਿਕਾਣਾ ਹੈ, ਉਹਦਾ ਜੋ ਮਹਿਲ ਹੈ, ਉਹਦਾ ਦਰਬਾਰ ਹੈ, ਉਹ ਗੁਰੂ ਤੋਂ ਬਿਨਾਂ ਪਾਇਆ ਨਹੀਂ ਜਾ ਸਕਦਾ। ਗੁਰ ਬਿਨ ਮਹਿਲ ਨਾ ਪਾਈਐ। ਜੋ ਗੁਰ ਕਹੈ ਸੋਈ ਪਰ ਕੀਜੈ, ਤਿਸਨਾ ਅਗਨ ਬੁਝਾਈਐ। ਜੋ ਗੁਰੂ ਕਹੇ ਉਹੀ ਕਰਨਾ ਚਾਹੀਦਾ ਹੈ ਤੇ ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ, ਅਧੂਰੇ ਮਨ ਨਾਲ ਨਹੀਂ ਕਰਨਾ ਚਾਹੀਦਾ। ਗੁਰੂ ਜੋ ਸਿੱਖਿਆ ਦੇਵੇ, ਉਹਦੀ ਸਿੱਖਿਆ ਦੇ ਉੱਤੇ ਸੰਪੂਰਨ ਤੌਰ ਤੇ ਅਮਲ ਕਰਨਾ ਚਾਹੀਦਾ ਹੈ। ਅਜਿਹਾ ਕਰਾਂਗੇ ਤਾਂ ਸਾਡੇ ਮਨ ਦੇ ਵਿੱਚੋਂ ਤ੍ਰਿਸ਼ਨਾ ਦੀ ਅਗਨੀ ਬੁਝ ਜਾਏਗੀ। ਹਰ ਸਾਚਾ ਸੋਈ, ਤਿਸ ਬਿਨ ਅਵਰ ਨਾ ਕੋਈ, ਬਿਨ ਸੇਵਿਆ ਸੁਖ ਨਾ ਪਾਈ। ਸਦਾ ਕਾਇਮ ਰਹਿਣ ਵਾਲਾ ਸਿਰਫ ਉਹ ਹਰੀ, ਉਹ ਪ੍ਰਮਾਤਮਾ ਹੀ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਵੀ ਨਹੀਂ, ਜਿਹੜਾ ਹਰ ਵਕਤ ਮਨੁੱਖ ਦਾ ਸਾਥ ਨਿਭਾ ਸਕੇ। ਇਸ ਲਈ ਉਸ ਪ੍ਰਮਾਤਮਾ ਨੂੰ ਸੇਵਣਾ ਚਾਹੀਦਾ ਹੈ, ਸਿਮਰਨਾ ਚਾਹੀਦਾ ਹੈ, ਉਹਦੀ ਯਾਦ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ। ਜੇ ਅਜਿਹਾ ਨਹੀਂ ਕਰਦੇ ਤਾਂ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦੇ। ਨਾਨਕ ਸਾਧਨ ਮਿਲੈ ਮਿਲਾਈ, ਜਿਸ ਨੂੰ ਆਪ ਮਿਲਾਏ। ਹੇ ਨਾਨਕ, ਉਹੀ ਜੀਵ ਇਸਤਰੀ ਦਾ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ ਗੁਰੂ ਦੇ ਰਾਹੀਂ, ਜਿਹੜੀ ਜੀਵ ਇਸਤਰੀ ਨੂੰ ਉਹ ਪ੍ਰਮਾਤਮਾ ਆਪ ਆਪਣੇ ਨਾਲ ਮਿਲਾਉਂਦਾ ਹੈ, ਜਿਸ ਨੂੰ ਆਪ ਮਿਲਾਏ। ਧਨ ਰੈਣ ਸੁਹੇਲੜੀਏ, ਜੀਓ ਹਰ ਸਿਓ ਚਿਤ ਲਾਏ। ਉਸ ਜੀਵ ਇਸਤਰੀ ਦੀ ਰਾਤ ਸੁਹਾਵਣੀ ਹੋ ਜਾਂਦੀ ਹੈ, ਸੋਹਣੀ ਹੋ ਜਾਂਦੀ ਹੈ, ਸੌਖੀ ਤੇ ਸੁੱਖਾਂ ਭਰੀ ਹੋ ਜਾਂਦੀ ਹੈ, ਜਿਸ ਨੇ ਆਪਣਾ ਚਿੱਤ ਉਸ ਪ੍ਰਮਾਤਮਾ ਦੇ ਨਾਲ ਜੋੜਿਆ ਹੈ, ਉਹਦੀ ਯਾਦ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ ਜੋੜਿਆ ਹੈ। ਸਤਿਗੁਰ ਸੇਵੇ ਭਾਉ ਕਰੇ ਜੀਓ, ਵਿੱਚੋਂ ਆਪ ਗਵਾਏ। ਉਸ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਚਿੱਤ ਦੇ ਵਿੱਚ ਵਸਾਉਣ ਤੋਂ ਇਲਾਵਾ ਸਤਿਗੁਰੂ ਦੀ ਸੇਵਾ ਵੀ ਕਰਨੀ ਚਾਹੀਦੀ ਹੈ, ਸਤਿਗੁਰੂ ਦੇ ਨਾਲ ਪ੍ਰੇਮ ਵੀ ਪਾਉਣਾ ਚਾਹੀਦਾ ਹੈ ਤੇ ਸਤਿਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲ ਕੇ ਆਪਾ ਭਾਵ ਵੀ ਗਵਾਉਣਾ ਪੈਂਦਾ ਹੈ। ਵਿੱਚੋਂ ਆਪ ਗਵਾਏ, ਹਰ ਗੁਣ ਗਾਏ, ਅਨ ਦਿਨ ਲਾਗਾ ਭਾਉ। ਆਪਾ ਭਾਵ ਗਵਾ ਕੇ ਉਸ ਪ੍ਰਮਾਤਮਾ ਦੇ ਗੁਣਾਂ ਦਾ ਗੁਣਗਾਨ ਕਰਨਾ ਚਾਹੀਦਾ ਹੈ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਅਜਿਹਾ ਕਰਕੇ ਹਰ ਰੋਜ਼ ਉਸ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਪਿਆਰ ਬਣਿਆ ਰਹਿੰਦਾ ਹੈ। ਸੁਣ ਸਖੀ ਸਹੇਲੀ ਜੀ ਕੀ ਮੇਲੀ, ਗੁਰ ਕਾ ਸ਼ਬਦ ਸਮਾਓ। ਹੇ ਸਕੀਏ ਸਹੇਲੀਏ, ਮੇਰੀ ਇਹ ਗੱਲ ਸੁਣ, ਤੂੰ ਗੁਰੂ ਦੇ ਸ਼ਬਦਾਂ ਦੇ ਵਿੱਚ ਸਮਾ, ਗੁਰੂ ਦੀਆਂ ਸਿੱਖਿਆਵਾਂ ਦੇ ਵਿੱਚ ਆਪਣੇ ਮਨ ਨੂੰ ਲੀਨ ਕਰ। ਹਰ ਗੁਣ ਸਾਰੀ ਤਾ ਕੰਤ ਪਿਆਰੀ,
ਨਾਮੇ ਧਰੀ ਪਿਆਰੋ। ਜਿਸ ਜੀਵ ਇਸਤਰੀ ਨੇ ਆਪਣੇ ਹਿਰਦੇ ਦੇ ਵਿੱਚ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਸੰਭਾਲਿਆ ਹੈ, ਹਰ ਗੁਣ ਸਾਰੀ, ਤਾ ਕੰਤ ਪਿਆਰੀ। ਉਸ ਪ੍ਰਮਾਤਮਾ ਪਤੀ ਨੂੰ ਉਹੀ ਜੀਵ ਇਸਤਰੀ ਪਿਆਰੀ ਲੱਗਦੀ ਹੈ। ਨਾਮੇ ਧਰੀ ਪਿਆਰੋ, ਤੇ ਉਸੇ ਹੀ ਜੀਵ ਇਸਤਰੀ ਦੇ ਉੱਪਰ ਪ੍ਰਮਾਤਮਾ ਮਿਹਰ ਕਰਦਾ ਹੈ ਕਿ ਉਹ ਉਹਦੇ ਨਾਮ ਦੇ ਵਿੱਚ ਪਿਆਰ ਪਾਈ ਰੱਖੇ। ਨਾਨਕ ਕਾਮਣ ਨਾਹ ਪਿਆਰੀ, RAM ਨਾਮ ਗਲ ਹਾਰੋ। ਜਿਸ ਜੀਵ ਇਸਤਰੀ ਦੇ ਗਲ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਮ ਦਾ ਹਾਰ ਪਿਆ ਰਹਿੰਦਾ ਹੈ, ਉਹ ਜੀਵ ਇਸਤਰੀ ਪ੍ਰਮਾਤਮਾ ਨੂੰ ਪਿਆਰੀ ਲੱਗਦੀ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 243ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਵੀ ਪਿਛਲੇ ਅੰਗ ਵਾਲੀ ਹੀ ਉਦਾਹਰਣ ਕਾਇਮ ਰਹੀ ਹੈ। ਜਿੰਨੀਆਂ ਵੀ ਪੰਕਤੀਆਂ, ਜਿੰਨੇ ਵੀ ਸ਼ਬਦ ਅਸੀਂ ਅੱਜ ਦੀ ਬਾਣੀ ਦੇ ਵਿੱਚ ਪੜ੍ਹੇ ਹਨ, ਜੀਵ ਇਸਤਰੀ ਤੇ ਪਤੀ ਦੀ ਜੋ ਉਦਾਹਰਣ ਹੈ ਉਹ ਨਿਰੰਤਰ ਚੱਲਦੀ ਆ ਰਹੀ ਹੈ। ਤੇ ਇਸ ਉਦਾਹਰਣ ਦੇ ਰਾਹੀਂ ਗੁਰੂ ਜੀ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਉਸ ਪ੍ਰਮਾਤਮਾ ਦੇ ਨਾਲ ਪ੍ਰੇਮ ਪਾ ਕੇ ਰੱਖੀਏ, ਉਹਦੇ ਗੁਣਾਂ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਕੇ ਰੱਖੀਏ। ਜੋ ਗੁਰੂ ਕਹੇ ਉਹਨੂੰ ਇੰਨ ਬਿੰਨ ਕਰੀਏ, 100% ਕਰੀਏ, ਪੂਰੇ ਮਨ ਦੇ ਨਾਲ ਕਰੀਏ। ਅਜਿਹਾ ਕਰਾਂਗੇ ਤਾਂ ਪ੍ਰਮਾਤਮਾ ਦੇ ਰਸਤੇ ਤੇ ਚੱਲ ਪਾਵਾਂਗੇ। ਇੱਕ ਵਾਰ ਜਦੋਂ ਅਸੀਂ ਪ੍ਰਮਾਤਮਾ ਦੇ ਰਸਤੇ ਤੇ ਚੱਲ ਪਏ ਤਾਂ ਜ਼ਿੰਦਗੀ ਦੇ ਬਾਕੀ ਸਾਰੇ ਰਸਤੇ ਸਾਨੂੰ ਫਿੱਕੇ ਲੱਗਣਗੇ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਵਾਲੀ ਗੱਲ ਬਕਾਇਦਾ ਮਹਿਸੂਸ ਕੀਤੀ ਹੋਏਗੀ। ਤੁਸੀਂ ਹਰ ਰੋਜ਼ ਬਾਣੀ ਦੇ ਨਾਲ ਜੁੜੇ ਹੁੰਨੇ ਹੋ, ਤਾਂ ਵਿੱਚੋਂ ਜੇ ਕੋਈ ਦਿਨ ਅਜਿਹਾ ਲੰਘ ਜਾਵੇ ਜਦੋਂ ਬਾਣੀ ਦੇ ਨਾਲ ਨਾ ਜੁੜੀਏ ਤਾਂ ਉਹ ਦਿਨ ਬੜਾ ਫਿੱਕਾ ਲੱਗਦਾ ਹੈ। ਸੋ ਕੋਸ਼ਿਸ਼ ਕਰੀਏ ਕਿ ਸਾਡੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨਾਂ ਵੱਲੋਂ ਬਖਸ਼ੀ ਹੋਈ ਇਹ ਬਾਣੀ ਆਪਣੇ ਜ਼ਿੰਦਗੀਆਂ ਦਾ ਅਸੀਂ ਇੱਕ ਅਹਿਮ ਹਿੱਸਾ ਬਣਾ ਸਕੀਏ। ਇਸੇ ਹੀ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।